ਇਹ ਤਾਰਕ ਸਾਹਿਬ ਮੇਰੇ ਵਾਲਦ ਸਾਹਿਬ ਨੇ ਜੋ ਨਜ਼ੀਰ ਅਹਿਮਦ ਗੁੱਜਰ ਸਾਹਿਬ ਜੀ। ਤੇ ਤੁਸੀਂ ਗੱਲ ਕਰ ਰਹੇ ਸੀ ਵੀ ਤੁਹਾਡੇ ਉਸਤਾਦ ਕੌਣ ਨੇ ਜੀ। ਮੈਂ ਇਹਨਾਂ ਤੋਂ ਹੀ ਸਿੱਖਿਆ ਸੀ ਜੀ। ਅੱਛਾ ਆਈ ਸਾਹਿਬ, ਅਸੀਂ ਨਾ ਜਨਰਲੀ ਤੁਹਾਡੇ ਕੋਲ ਪੁੱਛਾਂਗੇ ਕਿ ਮੱਝਾਂ ਨੂੰ ਨਾ ਫੀਡ ਕੀ ਕਰਵਾਉਣਾ ਚਾਹੀਦਾ ਤਾਰਕ ਭਾਈ ਸਾਡੀ ਜਿਹੜੀ ਫੀਡ ਪਲਾਨ ਹੈ ਨਾ, ਮੈਂ ਉਹਦੇ ਤੇ ਗੱਲ ਕਰਨਾ ਜੀ। ਵੰਡੇ ਦੇ ਜਿਹੜੇ ਅਜਜ਼ਾ ਨੇ ਨਾ, ਵੰਡਾ ਜਿਹੜਾ ਤੁਹਾਡਾ ਫਾਰਮੂਲਾ ਹੈ, ਇਹ ਦੁਬਾਰਾ ਦੱਸ ਦਿਓ। ਤੇ ਮਾਸ਼ ਦਾ ਕਰਾ ਜੀ, ਜੀ ਮੂੰਗੀ ਦਾ ਕਰਾ, ਮਸਾ। ਤੁਸੀਂ ਨੀਲੀ ਦੀ ਮੱਝਾਂ ਦਾ ਵੀ ਸ਼ੌਕ ਕੀਤਾ, ਰਾਵੀ ਦਾ ਵੀ ਕੀਤਾ, ਤੇ ਕਿਸ ਤਰ੍ਹਾਂ ਤੁਸੀਂ ਪਾਇਆ ਇਹਨਾਂ ਦੋਵਾਂ ਬਰੀਡਾਂ ਨੂੰ? ਉਹ ਮੈਂ ਲਿਆ ਰਿਜ਼ਲਟ ਜਨਾਬ ਕਿ ਜਦੋਂ ਮੈਂ 20 ਕਿਲੋ ਵਾਲੀ ਮੱਝ ਵੀ ਨੀਲੀ ਦੀ ਖਰੀਦੀ ਹੈ ਜੀ। ਮੈਂ ਹਰ ਲਿਹਾਜ਼ ਨਾਲ ਯਾਨੀ ਕਿ ਜਿਸ ਤਰ੍ਹਾਂ ਦੀ ਮੇਰੀ ਜਿੱਥੇ ਪਹੁੰਚ ਸੀ ਨਾ, ਮੈਂ ਸਾਰੀਆਂ ਨੀਲੀ ਦੀਆਂ ਖਰੀਦੀਆਂ ਨੇ ਜੀ। ਮੈਂ ਆਪਣੀ ਕ੍ਰਾਸ ਦੀ ਮੱਝ ਨਾਲ ਕਿਸੇ ਸਾਈਡ ਤੋਂ ਵੀ ਉਹਨੂੰ ਵੱਧ ਨਹੀਂ ਵੇਖਿਆ। ਜਦੋਂ ਇਹਨਾਂ ਨੂੰ ਰਲ ਕੇ ਦੋ ਮੱਝਾਂ ਨੀਲੀ ਦੀਆਂ ਬਣੀਆਂ ਨੇ, ਦੋ ਮੱਝਾਂ ਮੈਂ ਕ੍ਰਾਸ ਦੀਆਂ ਬਣੀਆਂ ਨੇ। ਨੀਲੀ ਦੀਆਂ ਦੋ ਮੱਝਾਂ 15 ਕਿਲੋ ਦਿੰਦੀਆਂ ਪਈਆਂ ਇੱਕੋ ਹੀ ਖੁਰਾਕ ਖਾ ਕੇ, ਜਿਹੜੀਆਂ ਜਿਨ੍ਹਾਂ 'ਚ ਥੋੜਾ ਕਰਾਸ ਹੈ। ਇੱਕ 25-26 ਕਿਲੋ ਗਵਾਲ ਚ ਇਸ ਟਾਈਮ ਕੋਲ ਖਲੋ ਕੇ ਦਿੰਦੀ ਪਈ ਹੈ, ਇੱਕ 27-28 ਕਿਲੋ ਖਲੋ ਕੇ ਦਿੰਦੀ ਪਈ ਹੈ। ਇਹ ਸਾਹਮਣੇ ਸਬੂਤ ਹੈ, ਸ਼ਾਮੀ ਤੁਸੀਂ ਵੀ ਕੈਮਰਾ ਔਨ ਕਰ ਲਿਓ। ਨੀਲੀ ਨੇ ਖਾ ਕੇ ਉੱਥੇ ਠੁੱਸ ਹੋ ਜਾਣਾ ਇੱਕੋ ਦਿਹਾੜੇ ਹੀ। ਜੇ ਅੱਗੇ 22 किलो है तो वंडा खा के थोड़ा राती को मसाला देगा, सवेरे आ जाएगी 17-18 पे। जी अस्सलाम वालेकुम फ्रेंड्स, आप देख रहे हैं हमारा यूट्यूब चैनल और मैं हूं आपका होस्ट तारिक सुल्तान। दोस्तों वीडियो का ये जो पार्ट है, इसमें हम भैंसों की जनरल फीडिंग के बारे में, कि एक भैंस जो है उसको जनरली फीड क्या करवाना चाहिए, और इसके अलावा भैंसों की नस्ल के बारे में, और जो अच्छी भैंस कैसे पैदा करवाई जा सकती है, इसके बारे में हम गुफ्तगू करेंगे। मेरे साथ मौजूद हैं जी मेलों के भी शौकीन हैं, और मेरे ख्याल में इन्होंने काफ़ी मेले जो हैं वो विन किए हैं, पाकिस्तान के ये चैम्पियन भी रहे हैं। अभी भी जी इनके पास ये जो भैंस खड़ी है, ये 3 सालों की चैम्पियन है, और ज़्यादा इसने दूध जो है वो 48 किलो 775 ग्राम जो है इसने दूध किया है। और उसके बाद इसने 2 टाइम का 31 पॉइंट समथिंग कितना था, 31 किलो 31.5 किलो की है। और अभी जो इसने 2023 में अभी जो इसने मेला लड़ा, इसमें इसने 25 दिन की सुई हुई थी, बच्चा इसने दिया हुआ था, और 31 किलो 460 ग्राम करके जो पहले पोजीशन पे रही है। तो इनसे हम अच्छी जो भैंस है वो कैसे बनाई जा सकती है, इस बारे में पूछेंगे। अस्सलाम वालेकुम भाई साहब। वालेकुम सलाम। क्या हाल है जी? अल्लाह का शुक्र भाई। थोड़ा अपना इंट्रोडक्शन करवा दो। मैं उमर नज़ीर गुजर जी, फैसलाबाद हूँ, जड़ावाला रोड, बिजली घर स्टाफ। जी। अच्छा आई साहब, ਅਸੀਂ ਨਾ ਜਨਰਲੀ ਤੁਹਾਡੇ ਕੋਲ ਪੁੱਛਾਂਗੇ ਕਿ ਮੱਝਾਂ ਨੂੰ ਨਾ ਫੀਡ ਕੀ ਕਰਵਾਉਣਾ ਚਾਹੀਦਾ ਤਾਰਕ ਭਾਈ ਸਾਡੀ ਜਿਹੜੀ ਫੀਡ ਪਲਾਨ ਹੈ ਨਾ, ਮੈਂ ਉਹਦੇ ਤੇ ਗੱਲ ਕਰਨਾ ਜੀ। ਉਹਦੇ ਤੇ ਇਹ ਹੈ ਕਿ ਅਸੀਂ ਸ਼ੁਰੂ ਤੋਂ ਹੀ ਨਾ ਜੀ ਬਹੁਤ ਸਾਲਾਂ ਤੋਂ ਹੀ ਦਾਲ ਦਾ ਛਿਲਕਾ ਇਸਤੇਮਾਲ ਕਰਨੇ ਆ, ਮਸਰ, ਮੂੰਗੀ ਜੀ, ਮੱਕੀ ਦੀ ਖਾਲ, ਕਣਕ ਦਾ ਦਲੀਆ, ਇਹ ਸਾਰੀਆਂ ਚੀਜ਼ਾਂ, ਚੋਕਰ, ਇਹ ਮਿਕਸ ਕਰਕੇ ਅਸੀਂ ਯੂਜ਼ ਕਰਨੇ ਆ। ਵੰਡਾ ਦਿੰਨੇ ਆ ਭੇਂ ਕੇ, ਅਸੀਂ ਗਿੱਲਾ ਕਰਦੇ ਨਾ ਸਵੇਰ। ਵੰਡੇ ਦੇ ਜਿਹੜੇ ਅਜਜ਼ਾ ਨੇ ਨਾ, ਵੰਡਾ ਜਿਹੜਾ ਤੁਹਾਡਾ ਫਾਰਮੂਲਾ ਹੈ, ਇਹ ਦੁਬਾਰਾ ਦੱਸ ਦਿਓ। ਇਹ ਮਾਸ਼ ਦਾ ਕਰਾ ਜੀ, ਮੂੰਗੀ ਦਾ ਕਰਾ, ਮਸਰ ਦਾ ਜੀ, ਮਕਈ ਦੀ ਖਾਲ ਜੀ, ਦਲੀਆ ਤੇ ਚੋਕਰ। ਇਹ ਅਸੀਂ ਗਵਾਲ ਚ ਪਾਉਂਦੇ। ਅੱਛਾ, ਕਰਾ ਕਿਸ ਨੂੰ ਕਹਿੰਦੇ ਹੋ? ਕਰਾ ਅਸੀਂ ਕਹਿੰਦੇ ਆ ਦਾਲ ਦੇ ਛਿਲਕੇ ਨੂੰ। ਅੱਛਾ, ਛਿਲਕੇ ਨੂੰ ਕਰਾ ਕਹਿੰਦੇ ਆ। ਹਾਂ, ਦਾਲ ਮਾਸ਼ ਦਾ ਛਿਲਕਾ ਜਿਹੜਾ ਨਾ ਜੀ, ਉਹਨੂੰ ਅਸੀਂ ਕਰਾ ਕਹਿੰਦੇ ਆ। ਵਿੱਚ ਕੋ ਥੋੜਾ ਬਹੁਤਾ ਭੁਰ ਕੇ ਆਟਾ ਵੀ, ਦਾਣਾ ਵੀ ਆ ਜਾਂਦਾ ਜੀ, ਉਹ ਵੀ ਆ ਜਾਂਦਾ। ਹਾਂਜੀ। ਇਸ ਤੋਂ ਇਲਾਵਾ ਮਕਈ ਦੀ ਖਲ ਯੂਜ਼ ਨਹੀਂ ਕਰਦੇ? ਮਕਈ ਦੀ ਖਲ ਯੂਜ਼ ਕਰਨੇ ਆ, ਬਹੁਤ ਥੋੜੀ ਕਰਨੇ ਆ ਉਹਦੀ, ਯਾਨੀ ਕਿ ਅੱਧਾ ਕਿਲੋ 3 ਪਾ ਇੱਕ ਮੱਝ ਨੂੰ ਆ ਜਾਏ। ਅੱਛਾ। ਤੇ ਆਇਸ਼ਾ, ਇਹ ਵੰਡਾ ਫਾਰਮੂਲਾ ਤੁਹਾਡਾ ਹੋ ਗਿਆ। ਇਸ ਤੋਂ ਇਲਾਵਾ ਪੱਠਿਆਂ ਦੇ ਤੇ ਬੋਲ ਰਹੇ ਸੀ ਤੁਸੀਂ ਗੱਲ ਕਰ ਰਹੇ। ਪੱਠਿਆਂ 'ਚ ਕੋਈ ਕੰਪਰੋਮਾਈਜ਼ ਨਹੀਂ ਜੀ। ਪੱਠੇ ਤੇ ਆਪਣੀ ਜਾਨ ਨਾਲੋਂ ਵੀ ਜ਼ਿਆਦਾ ਵਧੀਆ, ਯਾਨੀ ਕਿ ਮਹਿੰਗੇ ਨਹੀਂ ਦੇਖਣੇ, ਸਸਤੇ ਨਹੀਂ ਦੇਖਣੇ। 30,000 ਆਵੇ, 20,000 ਆਵੇ, 50,000 ਖਰਚਾ ਆਵੇ ਜੀ। ਪੱਠੇ ਚੰਗੇ ਪਾਣੇ ਨੇ, ਹਰ ਮੌਸਮ 'ਚ ਵਧੀਆ ਪਾਣਾ, ਜ਼ਿਆਦਾਤਰ ਲੂਸਨ ਪਾਣਾ ਜੀ। ਲੂਸਨ ਜਦੋਂ ਲੱਭਣੋਂ ਬੰਦ ਹੁੰਦਾ ਹੈ ਨਾ ਜੀ, ਜਦੋਂ ਉਹਦੀ ਜਰਮੀਨੇਸ਼ਨ ਮੁੱਕਦੀ ਹੈ, ਉਦੋਂ ਹੀ ਨਹੀਂ ਪਾਣਾ। ਬਕਾਇਆ ਓਵਰ ਟਾਈਮ 8 ਮਹੀਨੇ ਲੱਭੇ, 9 ਮਹੀਨੇ ਲੱਭੇ, ਲੂਸਨ ਜ਼ਿਆਦਾ ਪਾਣਾ। ਫਿਰ ਛੱਲੀ ਵਾਲੀ ਮਕਈ ਜਿਹੜੀ ਹੈ ਦੇਸੀ ਲੱਭੇ, ਬਹਾਰੀਆ ਮਕਈ ਛੱਲੀ ਵਾਲੀ, ਉਹ ਕੁਤਰ ਕੇ ਪਾਣੀ ਹੈ। ਪੱਠੇ ਰਜਾ ਕੇ ਪਾਣੇ ਨੇ, ਵੰਡਾ ਲਿਮਟ ਨਾ ਪਾਣਾ। 5 ਕਿਲੋ ਗਵਾਲ ਚ ਅਸੀਂ ਵੰਡਾ ਪਾਉਂਦੇ ਆ ਇੱਕ ਟਾਈਮ ਹੀ ਪਾਣਾ, 5 ਕਿਲੋ ਪਾਣਾ। ਅੱਛਾ। ਦੁੱਧ ਥੋੜੇ ਵਾਲੀ ਨੂੰ ਵੀ, ਬਹੁਤੇ ਵਾਲੀ ਨੂੰ, ਬਕਾਇਆ ਪੱਠੇ ਜਿੰਨੇ ਕਿਸੇ ਦਾ ਦਿਲ ਕਰੇ ਉਹਨੇ ਖਾਣੇ ਨੇ। ਗੱਬਣਾ ਨੇ ਵੀ ਉਹੀ ਖਾਣੇ ਨੇ, ਸੱਜਰਾਂ ਨੇ ਵੀ ਉਹੀ ਖਾਣੇ ਨੇ। ਅੱਛਾ, ਲੂਸਨ ਕਿਉਂ ਪਾਉਂਦੇ ਹੋ? ਲੂਸਨ ਦਾ ਕੀ ਫਾਇਦਾ? ਲੂਸਨ ਆ ਜੀ, ਇਹ ਮੇਰੇ ਅੱਬੂ ਨੂੰ ਪਤਾ ਹੋਣਾ ਕਿ ਅੱਜ ਤੋਂ 25-30 ਸਾਲ ਪਹਿਲਾਂ ਦੇ ਹੀ ਪਾਉਂਦੇ ਨੇ ਜੀ। ਅੱਛਾ। ਤੇ ਉਹ ਤੋਂ ਜਦੋਂ ਪਾਉਂਦੇ ਆ ਨਾ ਜੀ, ਉਹ ਦੱਸ ਦਿੰਦਾ ਕਿ ਮੈਨੂੰ ਵਾਕਿਆ ਤੁਸੀਂ ਪਾਇਆ ਹੈ। ਕਿਉਂਕਿ ਲੂਸਨ ਤੇ ਘੋੜਿਆਂ ਦਾ ਖੁਰਾਕ ਸਮਝੀ ਜਾਂਦੀ। ਮੈਂ ਕਹਿੰਦਾ ਜੀ ਲੂਸਨ ਵਰਗੀ ਖੁਰਾਕ ਹੀ ਕੋਈ ਨਹੀਂ। ਜੇ 12 ਮਹੀਨੇ ਲੱਭੇ ਤੇ ਦੁਨੀਆ ਤੇ ਆ ਜਾਏ, ਇਹਦਾ ਅੱਛਾ ਪੱਠਾ ਹੈ, ਜ਼ਬਰਦਸਤ। ਉਹਦੀ ਪ੍ਰੋਟੀਨ, ਉਹਦਾ ਤਾਕਤ, ਉਹ ਆਮ ਪੱਠੇ ਜਿੰਨੀ ਨਹੀਂ ਹੈਗੀ। ਪੱਠਿਆਂ ਦਾ ਬਾਦਸ਼ਾਹ ਹੈ ਲੂਸਨ। ਅੱਛਾ। ਪਰ ਲੂਸਨ ਕੱਚਾ ਨਹੀਂ ਪਾਣਾ ਚਾਹੀਦਾ, ਕੱਦ ਵਾਲਾ ਲੂਸਨ ਪਾਣਾ ਚਾਹੀਦਾ। ਪੱਕਾ ਪੱਠਾ। ਹਾਂਜੀ, ਨੜੀ ਥੋੜੀ ਜੀ ਨਾ ਪੱਕੀ ਹੋਵੇ। ਜੀ।
ਹਾਂਜੀ ਅੱਛਾ ਆਇਸ਼ਾ ਸਾਹਿਬ, ਹੁਣ ਅਸੀਂ ਇਹਨਾਂ ਦੀ ਫੀਡਿੰਗ ਵੀ ਪੁੱਛ ਲਈ ਤੁਹਾਡੇ ਕੋਲੋਂ, ਵੱਡਾ ਜੀ। ਫਾਰਮੂਲਾ ਤੁਸੀਂ ਦੱਸ ਦਿੱਤਾ। ਜੀ ਉਸ ਨਾਲ ਇਹ ਦੱਸੋ ਕਿ ਨੀਲੀ ਔਰ ਰਾਵੀ, ਹਾਂਜੀ ਮਤਲਬ ਹੈ ਕਿ ਇਹ ਅਮੂਮਨ ਹਰ ਵੀਡੀਓ ਦੇ ਵਿੱਚ ਮੇਰਾ ਕੁਐਸਚਨ ਹੁੰਦਾ, ਸਾਰੇ ਯੂਟਿਊਬਰ ਪੁੱਛਦੇ ਵੀ ਨੇ। ਹਾਂਜੀ ਤੁਸੀਂ ਨੀਲੀ ਦੀ ਮੱਝ ਦਾ ਵੀ ਸ਼ੌਕ ਕੀਤਾ, ਰਾਵੀ ਦਾ ਵੀ ਕੀਤਾ, ਤੇ ਕਿਸ ਤਰ੍ਹਾਂ ਤੁਸੀਂ ਪਾਇਆ ਇਹਨਾਂ ਦੋਵਾਂ ਬਰੀਡਾਂ ਨੂੰ? ਮੈਂ ਨਾ ਜੀ ਜੋ ਆਪਣੀ ਪ੍ਰੈਕਟੀਕਲ ਹੈ, ਮੈਂ ਕੋਈ ਐਸੀ ਗੱਲ ਨਹੀਂ ਕਰਾਂਗਾ ਵੀ ਜਿਹਦੇ ਨਾਲ ਕਿਸੇ ਨਾਲ ਨੀਲੀ ਵਾਲੇ ਨੂੰ ਤਕਲੀਫ ਹੋਵੇ ਨਾ ਰਾਵੀ ਹਾਂ, ਮਤਲਬ ਤੁਸੀਂ ਆਪਣਾ ਤਜਰਬਾ ਸ਼ੇਅਰ ਕਰਨਾ, ਮਨ ਬੀਤੀ ਗੱਲ ਕਰਨਾ ਜਾਣਨਾ, ਪ੍ਰੈਕਟੀਕਲ ਦੱਸਾਂਗਾ। ਜੋ ਮੇਰਾ ਪ੍ਰੈਕਟੀਕਲ ਮੈਂ ਕਰਨਾ ਮੈਂ ਉਹ ਦੱਸਾਂਗਾ। ਮੈਨੂੰ ਕਿਸੇ ਦੀ ਜ਼ਾਤੀ ਰਾਏ ਨਾਲ ਜਾਂ ਕਿਸੇ ਦੀ ਮੁਖਾਲਫਤ ਨਾਲ ਕੋਈ ਅਰਜ਼ ਨਹੀਂ। ਜੋ ਮੈਂ ਕੀਤਾ ਜਾਂ ਜੋ ਮੈਂ ਸਿੱਖਿਆ ਜਾਂ ਮੈਂ ਜੋ ਰਿਜ਼ਲਟ ਲਿਆ ਮੈਂ ਉਹ ਦੱਸਣਾ। ਜੀ 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 ਆਇਸ਼ਾ। ਉਹ ਮੈਂ ਲਿਆ ਰਿਜ਼ਲਟ ਜਨਾਬ ਕਿ ਜਦੋਂ ਮੈਂ 20 ਕਿਲੋ ਵਾਲੀ ਮੱਝ ਵੀ ਨੀਲੀ ਦੀ ਖਰੀਦੀ ਹੈ ਜੀ, ਮੈਂ ਹਰ ਲਿਹਾਜ਼ ਨਾਲ, ਯਾਨੀ ਕਿ ਜਿਸ ਤਰ੍ਹਾਂ ਦੀ ਮੇਰੀ ਜਿੱਥੇ ਪਹੁੰਚ ਸੀ ਨਾ, ਮੈਂ ਸਾਰੀਆਂ ਨੀਲੀ ਦੀਆਂ ਖਰੀਦੀਆਂ ਨੇ ਜੀ। ਮੈਂ ਆਪਣੀ ਕ੍ਰਾਸ ਦੀ ਮੱਝ ਨਾਲ ਕਿਸੇ ਸਾਈਡ ਤੋਂ ਵੀ ਉਹਨੂੰ ਵੱਧ ਨਹੀਂ ਵੇਖਿਆ। ਅੱਛਾ। ਬੰਦੇ ਕਹਿੰਦੇ ਸੀ ਨੀਲੀ ਦੀ ਮੱਝ ਡਿੰਗ ਕੇ ਬੰਦੇ ਮਗਰ ਰੱਸਦੀ ਹੈ, ਇੰਜ ਕਰ ਜਾਂਦੀ ਹੈ, ਚੋਣ ਵਗਿਆ ਕਰ ਜਾਂਦੀ ਹੈ। ਮੈਂ ਨਾ ਕ੍ਰਾਸ ਦੀ ਮੱਝ ਵੀ ਉਸ ਨਹੀਂ ਪਿਆਰ ਕਰਦੀ ਮਾਲਕ ਨਾਲ, ਚੋਣ ਲੱਗਿਆ ਵੀ ਤੇ ਮਿਲਣ ਲੱਗਿਆ ਵੀ, ਤੇ ਕੋਈ ਐਸਾ ਇਸ਼ੂ ਨਹੀਂ ਹੈ। ਜਦੋਂ ਇਹਨਾਂ ਨੂੰ ਰਲ ਕੇ 2 ਮੱਝਾਂ ਨੀਲੀ ਦੀਆਂ ਬਣੀਆਂ ਨੇ, 2 ਮੱਝਾਂ ਮੈਂ ਕ੍ਰਾਸ ਦੀਆਂ ਬਣੀਆਂ ਨੇ। ਨੀਲੀ ਦੀਆਂ 2 ਮੱਝਾਂ 15 ਕਿਲੋ ਦਿੰਦੀਆਂ ਪਈਆਂ ਇੱਕੋ ਹੀ ਖੁਰਾਕ ਖਾ ਕੇ, ਜਿਹੜੀਆਂ ਜਿਨ੍ਹਾਂ 'ਚ ਥੋੜਾ ਕਰਾਸ ਹੈ। ਇੱਕ 25-26 ਕਿਲੋ ਗਵਾਲ 'ਚ ਇਸ ਟਾਈਮ ਕੋਲ ਖਲੋ ਕੇ ਦਿੰਦੀ ਪਈ ਹੈ, ਇੱਕ 27-28 ਕਿਲੋ ਖਲੋ ਕੇ ਦਿੰਦੀ ਪਈ ਹੈ। ਇਹ ਸਾਹਮਣੇ ਸਬੂਤ ਆ, ਸ਼ਾਮੀ ਤੁਸੀਂ ਵੀ ਕੈਮਰਾ ਔਨ ਕਰ ਲਿਓ। ਪਰਲੇ ਪਾਸੇ ਨੀਲੀ ਖੜੀ ਹੈ ਦੋਵੇਂ ਜੀ ਜੀ 15-15 ਕਿਲੋ ਤੇ ਹੈ, ਇਹ 25-25 26-26 27-27 ਕਿਲੋ ਤੇ ਨੇ। ਇਹ ਮੈਨੂੰ ਤੇ ਉਹੀ ਚੰਗੀ ਲੱਗਣੀ ਹੈ ਨਾ ਵੀ ਜਿਹਨੇ ਮੈਨੂੰ 10 ਕਿਲੋ ਤੇ ਜ਼ਿਆਦਾ ਦੇਣਾ ਹੈ। ਮੈਨੂੰ ਜੇ ਮੈਂ ਖੂਬਸੂਰਤੀ ਵਾਲ ਵੇਖਾਂ ਆਪਣੀ ਅੱਖ ਨਾਲ ਤੇ ਆਪਣੇ ਤਜਰਬੇ ਨਾਲ, ਮੈਨੂੰ ਇਹਨਾਂ ਦੋਵਾਂ ਤੋਂ ਵੱਧ ਖੂਬਸੂਰਤ ਵੀ ਕੋਈ ਨਹੀਂ ਨਜ਼ਰ ਆਉਂਦੀ। ਹੋ ਸਕਦਾ ਨਾ ਹੋਵੇ, ਕਿਸੇ ਨੂੰ ਨਾ ਪਸੰਦ ਆਵੇ, ਇਹ ਲਹਿਰਾ ਚੀਜ਼ ਹੈ। ਮਤਲਬ ਇਹ ਤੁਸੀਂ ਕ੍ਰਾਸ ਨੂੰ ਵਧਾਉਂਦੇ ਹੋ? ਹਾਂਜੀ, ਇਹ ਜਦੋਂ ਤੁਸੀਂ ਤਜਰਬਾ ਹੋਵੇਗਾ ਨਾ, ਜਦੋਂ ਤੁਹਾਡਾ ਵੀ ਕ੍ਰਾਸ ਦੀ ਮੱਝ ਤੇ ਨੀਲੀ ਦੀ ਮੱਝ ਨੂੰ ਰਲ ਕੇ ਸਾਂਭਣ ਦਾ ਜਾਂ ਕੋਈ ਉਹਦੇ ਕੋਲ ਪ੍ਰੋਗਰੈਸ ਲੈਣ ਦਾ, ਇਹ ਤੁਹਾਨੂੰ ਫੇਰ ਯਾਦ ਆਏਗੀ ਕ੍ਰਾਸ ਕੀ ਹੈ, ਨੀਲੀ ਕੀ ਹੈ। ਨੀਲੀ ਨੇ ਖਾ ਕੇ ਉੱਥੇ ਠੁੱਸ ਹੋ ਜਾਣਾ ਇੱਕੋ ਦਿਹਾੜੇ ਹੀ। ਜੇ ਅੱਗੇ 22 ਕਿਲੋ ਹੈ ਤੇ ਵੰਡਾ ਖਾ ਕੇ ਥੋੜਾ ਜਿਹਾ ਰਾਤੀ ਕੋ ਮਸਾਲਾ ਦੇਗਾ, ਸਵੇਰੇ ਆ ਜਾਏਗੀ 17-18 ਤੇ। ਇਹਨਾਂ ਕਰਮਾਂ ਵਾਲੀਆਂ ਨੂੰ ਮਾਲਕ ਕਹਿ ਦੇਣਾ ਉੱਠ ਚਲੀਏ ਮੇਲੇ ਨੂੰ, ਇਹ ਮਾਲਕ ਨੂੰ ਕਾਲੀਆਂ ਹੁੰਦੀਆਂ ਨੇ, ਚੱਲ ਟੁਰ ਚਲੀਏ। ਅੱਛਾ, ਉਹ ਕਹਿੰਦੀਆਂ ਨੇ ਵੀ ਅਸੀਂ ਨਹੀਂ ਜਾਣਾ। ਅੱਛਾ, ਇੱਥੇ ਮੈਂ ਕੁਐਸਚਨ ਕਰਨਾ ਚਾਹਾਂਗਾ ਕਿ ਕ੍ਰਾਸ ਦੀ ਮੱਝ ਅਮੂਮਨ ਇਹ ਸਮਝਿਆ ਜਾਂਦਾ ਹੈ ਕਿ ਮੇਲਿਆਂ ਦੇ ਵਿੱਚ ਬੜਾ ਚੰਗਾ ਦੁੱਧ ਕਰਦੀਆਂ ਨੇ। ਹਾਂਜੀ, ਇਨਸ਼ਾਅੱਲਾ ਕੀਤਾ ਵੀ ਹੋਇਆ, ਜਾਂ ਕੀਤਾ ਵੀ, ਸਾਰੀਆਂ ਮੱਝਾਂ ਕ੍ਰਾਸ ਦੀਆਂ ਜਾਂ ਰਾਵੀ ਦੇ ਵਿੱਚ ਅੱਛਾ ਦੁੱਧ ਕਰ ਗਈਆਂ ਨੇ, ਤੇ ਇਹ ਲੰਬਾਈ ਵੱਲੋਂ ਘਟਦੀਆਂ ਨੇ। ਤੇ ਇੱਥੇ ਤੁਸੀਂ ਕੀ ਪਾਇਆ ਕਿ ਕ੍ਰਾਸ ਦੇ ਵਿੱਚ ਕਿੰਨਾ ਨੀਲੀ ਤੇ ਰਾਵੀ ਦੋਵੇਂ ਚੋਂ? ਮੈਂ ਦੱਸਣਾ ਜੀ, ਕ੍ਰਾਸ ਦਾ ਇੱਕ ਸਬੂਤ ਤੁਹਾਨੂੰ ਮੁਲਤਾਨ ਤੋਂ ਮਿਲ ਗਿਆ ਜੀ, ਠੀਕ ਹੈ। ਇਨਸ਼ਾਅੱਲਾ ਜਿਹੜਾ ਦੂਸਰਾ ਸਬੂਤ, ਮੈਂ ਹੁਣ ਕੋਈ ਵੱਡੀ ਗੱਲ ਨਾ ਮੇਰੇ ਮੂੰਹ ਚੋਂ ਨਿਕਲ ਜੇ, ਮੈਂ ਡਰ ਕੇ ਕਹਿਣਾ, ਦੂਸਰਾ ਸਬੂਤ ਕਿਤੋਂ ਹੋਰ ਤੋਂ ਆਏਗਾ ਨਾ, ਦੁਨੀਆ ਉਹਨੂੰ ਵੀ ਭੁੱਲ ਜਾਏਗੀ। ਮਤਲਬ ਇਹ ਕ੍ਰਾਸ ਦੀ ਮੱਝਾਂ ਲੰਬਾਈ ਦੇ ਵਿੱਚ ਵੀ ਜ਼ਿਆਦਾ ਦੁੱਧ ਦਿੰਦੀਆਂ ਨੇ? ਕਿਤੇ ਵੀ ਨਹੀਂ, ਮੈਂ ਸਾਰਾ ਕੁਛ ਹੀ ਇੱਕ ਖੁਰਲੀ ਤੇ 2 ਮੱਝਾਂ ਕ੍ਰਾਸ ਦੀਆਂ ਮੈਂ ਬੰਨੀ ਬੈਠਾ, 2 ਮੈਂ ਨਾਲ ਨੀਲੀ ਦੀਆਂ ਬੰਨੀ ਫਿਰਦੀਆਂ। ਦੁੱਧ ਦਾ 20 ਕਿਲੋ ਦਾ ਜੋੜੇ ਦਾ ਫਰਕ ਹੈ। ਮੈਂ ਕਿੱਧਰ ਨੂੰ ਜਾਵਾਂਗਾ? ਮੈਂ ਇਹਨਾਂ ਨੂੰ ਸ਼ਾਬਾਸ਼ ਦਵਾਂ ਜਾਂ ਉਹਨਾਂ ਨੂੰ? ਹੱਡੀਆਂ ਦੇਖਣੀਆਂ ਤੇ ਦੇਖ ਲਓ, ਪਰਲੀ ਦੀਆਂ ਦੇਖ ਲਓ, ਸਿਰ ਦੇਖਣਾ ਤੇ ਇਹਦਾ ਦੇਖ ਲਓ। ਬੇਸ਼ੱਕ ਅਡਰ ਵੇਖ ਲਓ, ਮੂੰਹ ਨਾਲ ਕਹਿਣਾ 1.5 ਫੁੱਟ ਤੇ ਹੁੰਦੀ ਫਾਲ। ਮਾਸ਼ਾਅੱਲਾ ਜਦੋਂ ਮੈਂ ਤਿਆਰੀ ਤੇ ਸੀ 1.5 ਫੁੱਟ ਤੇ ਮੈਨੂੰ ਥਾਣਾ ਇਧਰੋਂ ਸੀ ਤੇ 1.5 ਫੁੱਟ ਤੇ ਇੰਜ ਸੀ ਤੇ 1.5 ਫੁੱਟ ਤੇ ਇੰਜ ਸੀ। ਠੀਕ ਹੈ, ਤੇ ਨਾ ਇਹ ਅਡਰ ਬਣਦਾ ਹੈ ਨਾ ਇਹ ਹੱਡੀਆਂ। ਵੇਖ ਲਓ, ਹੱਥ ਵੇਖ ਲਓ, ਸ਼ਾਨ ਵੇਖ ਲਓ, ਕੁਛ ਵੀ ਨਹੀਂ, ਸਾਰਾ ਕੁਝ ਠੀਕ ਹੈ। ਜ਼ਬਰਦਸਤ ਜ਼ਬਰਦਸਤ। ਅੱਛਾ, ਜਦੋਂ ਹੁਣ ਇਹਨਾਂ ਨੂੰ ਦੁਬਾਰਾ ਨੀਲੀ ਦਾ ਝੋਟਾ ਦਵਾਂਗੇ, ਅਗਲੇ ਵਾਰੀ ਅਗਲੀ ਨਸਲ ਤੋਂ ਅਸੀਂ ਵਿਹਲੇ ਹਾਂ। ਅਗਲੀ ਨਸਲ ਕੋ ਜਿਹਨੇ ਇਹ ਪ੍ਰੋਗਰੈਸ ਦੀ ਉਮੀਦ ਰੱਖਣੀ ਹੈ, ਜੋ ਇਹ ਕਰਨ ਦੀਆਂ ਉਹ ਨਹੀਂ ਫਿਰ ਚੋ ਸਕਦਾ। ਮੇਰਾ ਬੇਟਾ ਕਹੇਗਾ ਵੀ ਮੈਂ ਨੀਲੀ ਦੀ ਮੱਝ ਖੁੰਡੀ ਮੱਝ ਚੋਂ ਕੱਟੀ ਆਈ ਹੈ ਨੀਲੀ ਦੀ, ਉਹਨੂੰ ਵੀ 25 ਕਿਲੋ ਚੋਵਾਂਗਾ ਜਾਂ 24 ਕਿਲੋ ਚੋਵਾਂਗਾ, ਉਹ ਨਹੀਂ ਚੋ ਸਕਦਾ। ਮੈਨੂੰ ਇਹ ਚਾਹੀਦਾ ਜੇ ਮੈਂ ਇਹਨਾਂ ਨੂੰ ਬਚਾਉਣਾ ਤੇ ਆਪਣੇ ਬੇਟੇ ਵਾਸਤੇ ਬਿਹਤਰੀ ਕਰਨੀ, ਤੇ ਮੈਂ ਕੋਈ ਇਸ ਤਰ੍ਹਾਂ ਇੰਨੇ ਕੁ ਕਰਾਸ ਚ ਜਿਹਦੇ ਚ ਖੂਬਸੂਰਤੀ ਵੀ ਰਵੇ, ਵੇਖਣ ਵਿਖਾਣ ਵੀ ਮੱਝ ਦਾ ਬਰਕਰਾਰ ਰਵੇ, ਤੁੰਨੀ ਕੋਲੀ ਤੋਂ ਮਈ ਸਾਫ਼ ਹੋਵੇ ਤੇ ਦੁੱਧ ਵੀ ਮਈ ਪਿਛਾ ਨਾ ਆਵੇ, ਇੰਨਾ ਕੁ ਕਰਾਸ ਜ਼ਰੂਰੀ ਹੈ। ਮਤਲਬ ਇਹ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਅਗਰ ਨੀਲੀ ਤੇ ਰਾਵੀ ਦਾ ਬੰਦੇ ਦਾ ਸ਼ੌਕ ਜਿਹੜਾ ਨਾ ਮੱਝ ਦਾ ਦੁਬਲਾ ਹੋ ਜਾਂਦਾ ਹੈ। ਜਿਆਦਾ ਹੁੰਦਾ ਹੀ ਦੁੱਧ ਦਾ ਸ਼ੌਕ ਹੈ, ਖੂਬਸੂਰਤੀ ਵੀ ਮੈਟਰ ਬਹੁਤ ਕਰਦੀ ਹੈ। ਖੂਬਸੂਰਤੀ ਹੁਣ ਖੁੱਡੀ ਨੂੰ ਮੈਟਰ ਕਰਦੀ ਹੈ ਨਾ, ਖੂਬਸੂਰਤ ਮੱਝ ਅੱਲਾਹ ਵੀ ਹੋਵੇ ਤੇ ਇੱਕ ਲਹਿਰਾ ਚੀਜ਼। ਡਾਕਟਰ ਸਾਹਿਬ ਕਹਿੰਦੇ ਨੇ ਕਿ ਜਾਨ ਮੱਝ ਖੂਬਸੂਰਤ ਵੀ ਹੋਵੇ ਔਰ ਦੁੱਧ ਵੀ ਦੇਵੇ, ਚੱਡੇ ਵਾਲੀ ਵੀ ਹੋਵੇ, ਖਾਣ ਵੀ ਹੋਵੇ, ਫਿਰ ਖਾਣ ਵੀ ਹੋਵੇ, ਹਾਂਜੀ, ਸਾਰੀ ਚੀਜ਼ਾਂ। ਤੇ ਮਕਸਦ ਹੈ ਕਿ ਮੈਂ ਥੋੜਾ ਸਮ ਅਪ ਕਰਾਂਗਾ
ਕਿ ਨੀਲੀ ਤੇ ਰਾਵੀ ਕ੍ਰਾਸ ਆ ਗਿਆ, ਹਾਂਜੀ। F1 ਆ ਗਈ, ਮੱਝ ਨੇ ਚੰਗਾ ਦੁੱਧ ਦਿੱਤਾ ਹੈ, ਹਾਂਜੀ ਅਗੋ ਦੂਜੀ ਵਾਰੀ ਅਗਰ ਨੀਲੀ ਦਾ ਸੰਡਾ ਪਾਓਗੇ ਤਾਂ ਬੈਕ ਜਾਏਗੀ। ਕਨਫਰਮ ਬੈਕ ਜਾਏਗੀ। ਅੱਛਾ, ਫਿਰ ਉਹਦੇ ਉੱਤੇ ਤੁਸੀਂ ਬਾਡੀ ਹੋ ਸਕਦਾ ਅੱਗੇ ਨੂੰ ਵੀ ਬਿਹਤਰ ਕਰ ਜਾਵੇ। ਖਾਣ ਦਾ ਚੱਡਾ ਜਿਹੜਾ ਕੋ ਥੋੜਾ ਜਿਹਾ ਢਿਲਕਾ ਹੈ ਕਿਸੇ ਦਾ ਜਾਂ ਖੁੱਲਾ ਹੈ ਉਹਨੂੰ ਵੀ ਫਿੱਟ ਕਰ ਜਾਏਗੀ, ਪਰ ਦੁੱਧ ਤੇ ਅਸਰ ਬਹੁਤ ਪਾਏਗੀ। ਤੇ ਮੈਂ ਇਸ ਗੱਲ ਤੇ ਖੁਦ ਵੀ ਆਪ ਵੀ ਕੰਮ ਕਰ ਰਿਹਾ, ਜਿੰਨੀ ਕਿ ਮੇਰੀ ਅਕਲ ਹੈ ਜਾਂ ਜਿੰਨੀ ਕਿ ਸੋਚ ਹੈ, ਜਿੰਨਾ ਕਿ ਮੇਰਾ ਪ੍ਰੈਕਟੀਕਲ ਹੈ ਉਹਦੇ ਮੁਤਾਬਕ ਮੈਂ ਕੰਮ ਆਪਣਾ ਮਾੜਾ ਚੰਗਾ ਕਰਨ ਦਿਆਂ। ਅੱਛਾ ਹਾਜੀ ਸਾਹਿਬ, ਐਂਡ ਦੇ ਉੱਤੇ ਅਸੀਂ ਤੁਹਾਡੇ ਕੋਲੋਂ ਨਾ ਇੱਕ ਕੁਐਸਚਨ ਕਰਾਂਗੇ ਉਸ ਕਿ ਮੱਝ ਅੱਛੀ ਜਿਹੜੀ ਉਹ ਕਿਸ ਤਰ੍ਹਾਂ ਪੈਦਾ ਕਰਵਾਈ ਜਾ ਸਕਦੀ। ਸਿੰਪਲ ਜਿਹਾ ਕੁਐਸਚਨ ਹੈ। ਮੱਝ ਅੱਛੀ ਤੇ ਪੈਦਾ ਹੋ ਸਕਦੀ ਹੈ ਸੀਮਨ ਦੇ ਜ਼ਰੀਏ ਹੀ, ਪਰ ਸਾਡੇ ਕੋਲ ਸੀਮਨ ਦਾ ਜ਼ਰੀਆ ਕੋਈ ਨਹੀਂ ਹੈਗਾ। ਨਹੀਂ, ਸਾਡੇ ਕੋਲ ਗਵਰਨਮੈਂਟ ਵੀ ਹੈ, ਉਸ ਤੋਂ ਇਲਾਵਾ ਨਹੀਂ ਸਾਡੇ ਕੋਲ ਗਵਰਨਮੈਂਟ ਕੋ ਵੀ ਕੁਝ ਨਹੀਂ ਹੈਗਾ। ਪ੍ਰਾਈਵੇਟ ਵੀ ਜੋ ਮਾਰਕੀਟ ਸੇਲ ਹੋ ਰਿਹਾ ਹੈ ਉਸ ਲੈਵਲ ਦਾ ਨਹੀਂ ਹੈ। ਤੇ ਮੈਂ ਹੁਣ ਇਸ ਤੋਂ ਕੁਝ ਨਹੀਂ ਕਹਾਂਗਾ। ਮਤਲਬ ਇਹਦਾ ਹਾਲ ਜਿਹਦੀ ਕੋਈ ਇੱਕ ਮੱਝ ਹੈ ਉਹ ਨਹੀਂ ਝੋਟਾ ਲੈ ਕੇ ਰੱਖ ਸਕਦਾ ਆਪਣੇ ਘਰ ਇੱਕ ਮੱਝ ਵਾਸਤੇ, 10 ਮੱਝਾਂ ਵਾਲੇ ਨੂੰ ਨਹੀਂ ਝੋਟਾ ਫੋੜ ਹੈਗਾ। ਉਹਨੂੰ ਸੀਮਨ ਖੁੱਲ ਕੇ ਲੱਭੇ, ਜਿਸ ਤਰ੍ਹਾਂ ਸਾਡੇ ਬਾਰਡਰੋਂ ਪਾਰ ਲੱਭਦਾ ਪਿਆ, ਹਰ ਬੰਦੇ ਦੀ ਪਹੁੰਚ ਤੇ, ਕਿਸੇ ਨੂੰ ਮਹਿੰਗਾ ਲੱਭ ਗਿਆ, ਕਿਸੇ ਨੂੰ ਸਸਤਾ ਲੱਭ ਗਿਆ, ਹਰ ਇੱਕ ਦਾ ਲੱਭਦਾ। ਪਰ ਜਦੋਂ ਸਾਡੇ ਨਾ ਮਹਿੰਗਾ ਲੱਭਦਾ ਨਾ ਸਸਤਾ ਲੱਭਦਾ। ਮਤਲਬ ਇਹ ਹੈ ਕਿ ਜਾਨਵਰ ਜਿਹੜਾ ਹੈ ਇੰਪਰੂਵ ਹੋ ਸਕਦਾ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਦੇ ਥਰੂ। ਬਿਲਕੁਲ। ਤੇ ਚੰਗੇ ਬੋਲ ਦਾ ਸੀਮਨ ਹੋਣਾ ਚਾਹੀਦਾ। ਅਗਰ ਕਿਸੇ ਕੋਲ ਕੋਈ ਸੰਡਾ ਚੰਗਾ ਹੈ ਤਾਂ ਉਹਨੂੰ ਬਚਾਉਣਾ ਨਹੀਂ ਚਾਹੀਦਾ, ਉਹਨੂੰ ਸੀਮਨ ਬਣਾ ਕੇ। ਹਾਂਜੀ, ਬੇਸ਼ੱਕ ਉਹ ਸੇਲ ਕਰਦੇ, ਕਮ ਕੀਮਤ ਤੇ ਕਰਦੇ, ਵੱਧ ਤੇ ਕਰਦੇ, ਦੇ ਛੱਡ ਦਵੇ। ਹਾਂ, ਦੇਵੇ ਅੱਛੀ ਚੀਜ਼। ਕੀ ਮੈਸੇਜ ਦੇਣਾ ਚਾਹੋਗੇ ਸਾਰੇ ਮੱਝਾਂ ਦੇ ਸ਼ੌਕੀਨਾਂ ਨੂੰ? ਮੈਂ ਮੱਝਾਂ ਦੇ ਸ਼ੌਕੀਨਾਂ ਨੂੰ ਮੈਸੇਜ ਇਹੀ ਦੇਣਾ ਚਾਹਾਂਗਾ ਕਿ ਮਿਹਨਤ ਕਰਨੀ ਚਾਹੀਦੀ ਹੈ, ਕੋਸ਼ਿਸ਼ ਕਰਕੇ ਚੰਗੀ ਮੱਝ ਹੋਵੇ, ਚੰਗਾ ਝੋਟਾ ਹੋਵੇ, ਚੰਗਾ ਸੀਮਨ ਹੋਵੇ, ਘਰ ਦੀਆਂ ਬਣਾਉਣ ਦਾ ਮਜ਼ਾ ਲਵੋ। ਤੇ ਇਨਸ਼ਾਅੱਲਾ ਮੈਂ ਆਉਣ ਵਾਲਾ ਵਕਤ ਜਿਹੜਾ ਵੀ ਆਏਗਾ, ਘਰ ਦੀਆਂ ਇੱਕ ਅੱਲਾ ਨੇ ਐਸਾ ਬਹੁਤ ਚੰਗੀ ਮੱਝ ਦਿੱਤੀ ਹੈ ਘਰੋਂ, ਤੇ ਮੇਰੇ ਅੱਲਾ ਦਾ ਆਸਾਨ ਹੋਇਆ, ਸ਼ੁਕਰ ਉਹਦੀ ਜ਼ਾਤ ਦਾ। ਗੱਲਾਂ ਬਾਤਾਂ ਨਾਲ ਨਹੀਂ, ਪ੍ਰੈਕਟੀਕਲੀ ਦੱਸਿਆ। ਤੇ ਹੋਰ ਵੀ 1-2 ਪ੍ਰੈਕਟੀਕਲ ਕਰਾਂਗੇ। 1-2 ਪ੍ਰੈਕਟੀਕਲ ਕਰ ਚੁੱਕੇ ਹਾਂ, 1-2 ਇਨਸ਼ਾਅੱਲਾ ਆਉਣ ਵਾਲੇ ਇਹ ਸਰਦੀਆਂ 'ਚ ਫਿਰ ਕੋਈ ਪ੍ਰੈਕਟੀਕਲ ਘਰ ਚੋਂ ਕਰਾਂਗੇ। ਜ਼ਬਰਦਸਤ ਇਨਸ਼ਾਅੱਲਾ। ਫੀਡਿੰਗ ਅੱਛੀ ਕਰਨ, ਅੱਛੀ ਮੱਝ ਲਵਣ, ਅੱਛਾ ਸੰਡਾ ਸੀਮਨ। ਤੁਸੀਂ ਫੀਡਿੰਗ ਜਿਹੜੀ ਹੈ ਨਾ ਜੀ, ਜੇ ਤੁਸੀਂ ਕਹਿਣਾ ਮੱਝ ਲੈ ਕੇ ਤੇ ਮੁੜ ਕੇ ਫੀਡਿੰਗ, ਖੁਰਾਕ ਮੱਝ ਦੀ ਉਨੀ ਜ਼ਰੂਰੀ ਜਿੰਨੀ ਮੱਝ ਦੀ ਨਸਲ ਜ਼ਰੂਰੀ। ਮੱਝ ਜਿੱਡੀ ਵੀ ਚੰਗੀ ਹੋਏਗੀ, ਤੁਸੀਂ ਉਹਦੇ ਨਾਲ ਜ਼ਿਆਦਤੀ ਕਰੋਗੇ, ਖੁਰਾਕ ਨਾ ਦਿਓਗੇ, ਤੁਹਾਨੂੰ ਆਪਣਾ ਕਿਸ ਤਰ੍ਹਾਂ ਵਿਖਾਏਗੀ। ਬਿਲਕੁਲ ਇਸ ਤਰ੍ਹਾਂ। ਅਗਰ ਜਾਨਵਰ ਦਾ ਪੋਟੈਂਸ਼ੀਅਲ ਲੈਣਾ, ਉਹਨੂੰ ਚੰਗੀ ਖੁਰਾਕ ਪਾਣੀ। ਤੇ ਤੁਸੀਂ ਇਹ ਦੱਸ ਦਿਓ, ਤੁਸੀਂ ਹੁਣ ਸੀਮਨ ਰਖਵਾ ਰਹੇ ਹੋ ਜਾਂ ਸੰਡੇ ਯੂਜ਼ ਕਰ ਰਹੇ ਹੋ? ਮੈਂ ਫਿਲਹਾਲ ਜੀ ਸੀਮਨ ਰਖਵਾ ਰਿਹਾ। ਅੱਛਾ, ਸੀਮਨ ਰਖਵਾ ਰਹੇ। ਚਲੋ ਮਾਰਕੀਟ ਜਦੋਂ ਤੁਹਾਡਾ ਰਿਜ਼ਲਟ ਆਏਗਾ ਵੇਖਾਂਗੇ। ਹਾਂਜੀ, ਕਿੰਨੇ ਜਾਨਵਰ ਗੱਭਣ ਹੋ ਰਹੇ ਹਨ? 5 ਕਿ 4 ਜਾਨਵਰ ਚੈੱਕ ਪਾਸ ਨੇ। ਅੱਛਾ। ਕੋਈ ਅਜੇ ਪ੍ਰੋਸੀਜਰ 'ਚ ਨੇ, ਚੈੱਕ ਨਹੀਂ ਹੋਏ। ਅੱਲਾਹ ਪਾਕ ਖੈਰ ਕਰੇ। ਬਹੁਤ ਸ਼ੁਕਰੀਆ ਜੀ। ਝੋਟਾ ਵੀ ਹੈ, ਉਹ ਝੋਟੇ ਤੋਂ ਵੀ ਕਰਾ ਰਹੇ ਆ। ਅੱਛਾ, ਝੋਟੇ ਤੋਂ ਕਰਾ, ਪ੍ਰਾਇੋਰਟੀ ਸੀਮਨ ਤੇ। ਹਾਂ, ਜਿਹੜੀਆਂ ਇੱਥੇ ਨੇ ਜੀ ਉਹ ਸੀਮਨ ਤੇ, ਜਿਹੜੀਆਂ ਕੱਟੀਆਂ ਤੇ ਮੱਝਾਂ ਬਾਹਰ ਨੇ ਆਪਣੀਆਂ 30-35 ਕੱਟੀਆਂ ਬਾਹਰ ਨੇ, 5 ਤੋਂ 7 ਵੱਡੀਆਂ ਮੱਝਾਂ ਬਾਹਰ ਨੇ। ਇੱਕ ਮੱਝ ਬਹੁਤ ਦੂਰ 8 ਮੱਝਾਂ ਬਾਹਰ ਨੇ ਵੱਡੀਆਂ, ਉਹਨਾਂ 'ਚ ਝੋਟਾ ਛੱਡਿਆ। ਤੇ ਜਿਹੜੀਆਂ ਡੇਰੇ ਝੋਟਾ ਕੋਈ ਨਹੀਂ, ਡੇਰੇ ਸੀਮਨ ਹੀ ਚੱਲਣ ਦਿਆ। ਜ਼ਬਰਦਸਤ। ਬਹੁਤ ਸ਼ੁਕਰੀਆ। ਤੁਹਾਡੀ ਨੂੰ ਵੀ ਇਸ ਵਾਰੀ ਸੀਮਨ ਹੀ ਦਵਾਂਗੇ ਇਨਸ਼ਾਅੱਲਾ। ਸੀਮਨ, ਅੱਲਾਹ ਪਾਕ।